ਪੰਜਾਬ ਦੀਆਂ ਪ੍ਰਮੁੱਖ ਸਿਆਸੀ ਤੇ ਸਮਾਜਿਕ ਖਬਰਾਂ ਦੇ ਸਾਡੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਖਾਸ ਖਬਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਪਹੁੰਚੇ ਸਨ ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਅਣਗਹਿਲੀ ਵਰਤਣ ਦੇ ਇਲਜ਼ਾਮ ਲੱਗੇ ਨੇ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਿਸ ਰੈਲੀ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕਰਨੀ ਸੀ ਉਸ ਰੈਲੀ ਦੇ ਵਿੱਚ ਉਹਨਾਂ ਨੇ ਸੰਬੋਧਨ ਨਹੀਂ ਕੀਤਾ ਤੇ ਸਿੱਧੇ ਦਿੱਲੀ ਵਾਪਸ ਪਰਤ ਗਏ ਨੇ। ਇਸ ਤੋਂ ਬਾਅਦ बीजेपी ਵੱਲੋਂ ਦਿੱਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਉੱਪਰ ਵੱਡੇ ਸਿਆਸੀ ਇਲਜ਼ਾਮ ਲਗਾਏ ਨੇ। ਸਮ੍ਰਿਤੀ ਇਰਾਨੀ ਨੇ ਸੂਬਾ ਸਰਕਾਰ ਤੇ ਕਾਂਗਰਸ ਦੇ ਉੱਪਰ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਨੇ ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਦਾ ਵੱਡੇ ਪੱਧਰ ਤੇ ਘਿਰਾਓ ਕੀਤਾ ਹੈ। ਸਮ੍ਰਿਤੀ ਇਰਾਨੀ ਨੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ पीएम ਦਾ ਕਾਫਲਾ ਆਖਿਰ ਕਿਸ ਤਰ੍ਹਾਂ ਘੇਰ ਗਿਆ। ਇਸ ਮੌਕੇ ਉਹਨਾਂ ਨੇ ਸੂਬੇ ਦੀ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਉੱਪਰ ਵੀ ਵੱਡੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਨਾਲ ਪ੍ਰਧਾਨ ਮੰਤਰੀ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਦੇ ਸੀਐਮ ਦੇ ਦਫ਼ਤਰ ਵੱਲੋਂ ਇਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਅਜਿਹੇ ਇਲਜ਼ਾਮ ਸਮ੍ਰਿਤੀ ਇਰਾਨੀ ਨੇ ਪ੍ਰੈਸ ਕਾਨਫਰੰਸ ਕਰਕੇ ਲਗਾਏ ਨੇ ਤੇ ਕਾਂਗਰਸ ਦੇ ਉੱਪਰ ਇਸ ਮਾਮਲੇ ਦੇ ਵਿੱਚ ਸਾਜ਼ਿਸ਼ ਰਚਣ ਦੇ ਇਲਜ਼ਾਮ ਵੀ ਲਗਾਏ ਨੇ। ਸਮ੍ਰਿਤੀ ਇਰਾਨੀ ਨੇ ਇਸ ਮਾਮਲੇ ਨੂੰ ਲੈ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਕਾਂਗਰਸ ਦੇ ਉੱਪਰ ਲਗਾਏ ਨੇ। ਸੋ ਪ੍ਰੈਸ ਕਾਨਫਰੰਸ ਕਰਕੇ ਸਮ੍ਰਿਤੀ ਇਰਾਨੀ ਨੇ ਇਹ ਗੰਭੀਰ ਇਲਜ਼ਾਮ ਕਾਂਗਰਸ ਦੇ ਉੱਪਰ ਲਗਾਏ ਨੇ। क्या जानबूझकर प्रधानमंत्री जी के सुरक्षा दस्ते को झूठ बोला गया? प्रश्न 2, प्रधानमंत्री जी के पूरे कैवलकेड को जब रोकने का प्रयास हुआ, 20 मिनट तक जब उनकी सुरक्षा भंग की गई, जिन लोगों ने प्रधानमंत्री की सुरक्षा को भंग किया उन लोगों को प्रधानमंत्री की गाड़ी के पास तक, उस स्थल तक किसने और कैसे पहुंचाया? क्योंकि हिंदुस्तान में हर नागरिक जानता है कि प्रधानमंत्री की इस वक्त की मूवमेंट कहां, कब, कैसे हो रही है, यह साधारणतः जानकारी उपलब्ध नहीं होती। उस क्षण किसने उन लोगों को फ्लाईओवर पर भेजा, ठहराया, व्यवस्था की, इसका जवाब पंजाब की कांग्रेस सरकार को देना होगा। इस घटनाक्रम के दौरान कांग्रेस के युवा नेतृत्व ने जोश का, उत्सव का इजहार किया। किस बात का उत्सव है उनका? किस बात का जोश है? बीजेपी ਵੱਲੋਂ ਇਹਨਾਂ ਗੰਭੀਰ ਸਿਆਸੀ ਇਲਜ਼ਾਮਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਬੀਜੇਪੀ ਦੇ ਇਹਨਾਂ ਸਿਆਸੀ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਸੀਐਮ ਚੰਨੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ, ਇਸ ਗੱਲ ਦੇ ਲਈ ਉਹਨਾਂ ਨੂੰ ਖੇਦ ਹੈ। ਉਹਨਾਂ ਨੇ ਕਿਹਾ ਹੈ ਕਿ ਸੀਐਮ ਦੀ ਸੁਰੱਖਿਆ, ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ਦੇ ਵਿੱਚ ਕੋਈ ਵੀ ਕੁਤਾਹੀ ਨਹੀਂ ਹੋਈ ਹੈ ਅਤੇ ਨਾ ਹੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਕੋਈ ਖਤਰਾ ਪੈਦਾ ਹੋਇਆ ਹੈ। ਸੀਐਮ ਚੰਨੀ ਨੇ ਕਿਹਾ ਕਿ ਰਸਤੇ ਖਾਲੀ ਕਰਵਾਉਣ ਦੇ ਲਈ ਉਹਨਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਸੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੋਈ ਵੀ ਖਤਰਾ ਨਹੀਂ ਹੋਇਆ। ਉਹਨਾਂ ਕਿਹਾ ਕਿ ਸੁਰੱਖਿਆ ਦੇ ਵਿੱਚ ਕੋਈ ਖਾਮੀ ਨਹੀਂ ਸੀ। ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਕਿ ਮੈਂ ਆਪਣੇ ਲੋਕਾਂ ਤੇ ਲਾਠੀ ਚਾਰਜ ਨਹੀਂ ਕਰਵਾ ਸਕਦਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਕੋਈ ਵੀ ਹਮਲਾ ਨਹੀਂ ਹੋਇਆ ਹੈ, ਸ਼ਾਂਤੀ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਰਾਜਨੀਤੀ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਆਓ ਸੁਣ ਲੈਂਦੇ ਹਾਂ ਸੀਐਮ ਚੰਨੀ ਦੇ ਇਸ ਮਾਮਲੇ ਨੂੰ ਲੈ ਕੇ ਕੀ ਬਿਆਨ ਨੇ। ਪ੍ਰਾਈਮ ਮਿਨਿਸਟਰ ਸਾਹਿਬ ਦੀਆਂ ਗੱਡੀਆਂ ਨੂੰ ਰੋਕ ਕੇ ਸਾਡੇ ਅਫਸਰਾਂ ਨੇ ਰਿਕੁਐਸਟ ਕੀਤੀ ਹੈ ਕਿ ਅੱਗੇ ਐਜੀਟੇਸ਼ਨ ਵਾਲੇ ਬੰਦੇ ਕੁਝ ਆ ਕੇ ਟਰਾਲੀਆਂ ਖੜੀਆਂ ਕਰ ਲਈਆਂ ਉਹਨਾਂ ਨੇ। ਆਪਾਂ ਨੂੰ ਬਿਹਤਰ ਹੈ ਕਿ ਵਾਪਸ ਜਾ ਕੇ ਕੋਈ ਹੋਰ ਆਲਟਰਨੇਟਿਵ ਰਸਤਾ ਜਾਂ ਹੈਲੀਪੈਡ ਤੇ ਚੱਲੀਏ, ਆਪਾਂ ਵਾਪਸ ਜਾਣਾ ਚਾਹੀਦਾ। ਕਿਸੇ ਤਰ੍ਹਾਂ ਵੀ ਕੋਈ ਅਟੈਕ ਵਾਲੀ ਜਾਂ ਪ੍ਰਧਾਨ ਮੰਤਰੀ ਜੀ ਨੂੰ ਖਤਰੇ ਵਾਲੀ ਗੱਲ, ਸਿਕਿਉਰਿਟੀ ਲੈਪਸ ਵਾਲੀ ਗੱਲ ਨਹੀਂ ਹੋਈ ਹੈ। ਇਹ ਐਜੀਟੇਸ਼ਨ ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ, ਰੋਜ਼ ਮੇਰੇ ਨਾਲ ਵੀ ਹੁੰਦੇ ਹੈ। ਹਰ ਸਟੇਟ ਦੇ ਵਿੱਚ ਜਦੋਂ ਚੋਣਾਂ ਆਉਂਦੀਆਂ ਡੈਮੋਕ੍ਰੈਟਿਕ ਸਿਸਟਮ ਹੈ, ਕੋਈ ਨਾ ਕੋਈ ਸੜਕ ਤੇ ਆ ਕੇ ਬੈਠ ਜਾਂਦਾ ਹੈ, ਇਹਦੇ ਵਿੱਚ ਹੋ ਜਾਂਦਾ ਹੈ। ਰਾਤ ਵੀ
ਮੇਰੇ ਪੁਲਿਸ ਵਾਲਿਆਂ ਨੇ ਮੈਨੂੰ ਕਈ ਵਾਰ ਟੈਲੀਫੋਨ ਕੀਤੇ ਕਿ ਜੀ ਅਸੀਂ ਲਾਠੀ ਚਾਰਜ ਕਰਕੇ ਇਹਨਾਂ ਨੂੰ ਪਾਸੇ ਕਰ ਦਈਏ, ਅਰੈਸਟ ਕਰ ਲਈਏ। ਮੈਂ ਕਿਹਾ ਨਹੀਂ, ਨੈਗੋਸ਼ੀਏਟ ਕਰਕੇ ਮਨਾਓ, ਇਹ ਇਹਨਾਂ ਨੂੰ ਮਨਾਓ ਕਿਸੇ ਤਰ੍ਹਾਂ ਵੀ। ਅਲਟੀਮੇਟਲੀ ਅਸੀਂ ਰਾਤ ਵੀ ਕਾਮਯਾਬ ਹੋਏ ਆ ਉਹਨਾਂ ਨੂੰ ਪਾਸੇ ਕਰਨ ਦੇ ਵਿੱਚ ਔਰ ਮਨਾਉਣ ਦੇ ਵਿੱਚ। ਇਹਦੇ ਵਿੱਚ ਖਤਰੇ ਵਾਲੀ ਕੋਈ ਗੱਲ ਨਹੀਂ ਹੋਈ। ਪ੍ਰਧਾਨ ਮੰਤਰੀ ਜੀ ਤੇ ਕੋਈ ਹਮਲਾ ਨਹੀਂ ਹੋਇਆ, ਨਾ ਹੀ ਏਦਾਂ ਦੀ ਕੋਈ ਸੋਚ ਹੋਈ ਹੈ। ਪਹਿਲਾਂ ਵੀ ਕਿਸਾਨ ਐਜੀਟੇਸ਼ਨ ਦਿੱਲੀ ਦੇ ਵਿੱਚ 1 ਸਾਲ ਚੱਲਿਆ, ਉੱਥੇ ਵੀ ਕਿਸਾਨ ਬੈਠੇ ਰਹੇ। ਉਹਨਾਂ ਦੀਆਂ ਵੀ ਕੁਝ ਮੰਗਾਂ ਸੀ ਜਿਹੜੀਆਂ ਸਾਲ ਬਾਅਦ ਮੰਨ ਹੋਈਆਂ ਤੇ ਉਹਨਾਂ ਨੇ ਪੀਸਫੁਲੀ ਉੱਥੋਂ ਕਰਨਾ ਚੱਕ ਲਿਆ। ਅੱਜ ਵੀ ਜੇ ਕੋਈ ਪੀਸਫੁਲ ਪ੍ਰੋਟੈਸਟ ਰਸਤੇ ਦੇ ਵਿੱਚ ਕਰਨ ਆ ਗਿਆ ਤਾਂ ਇਸ ਨੂੰ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੇ ਨਾਲ ਜਾਂ ਉਹਨਾਂ ਨੂੰ ਕੋਈ ਖਤਰੇ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਹ ਬਿਲकुल गलत है कि प्रधानमंत्री जी जब पंजाब में आए तो उनकी सिक्योरिटी लैप्सेस दिखाकर उनको खतरे के साथ कोई जोड़ा जा रहा है। ये राजनीति इसमें नहीं होनी चाहिए। वी हैव एवरी रिस्पेक्ट फॉर आवर प्राइम मिनिस्टर। ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਹੋਈ ਕੁਤਾਹੀ ਨੂੰ ਲੈ ਕੇ ਪੰਜਾਬ ਦੀ ਸੂਬਾ ਸਰਕਾਰ ਦਾ ਕਾਂਗਰਸ ਦਾ ਘਿਰਾਓ ਕੀਤਾ। ਉਹਨਾਂ ਕਿਹਾ ਹੈ ਕਿ ਸੀਐਮ ਅਤੇ ਪ੍ਰਸ਼ਾਸਨ ਨੂੰ ਆਪਣੇ ਅਹੁਦੇ ਤੇ ਰਹਿਣ ਦਾ ਅਧਿਕਾਰ ਨਹੀਂ ਹੈ। ਜੇਕਰ ਪ੍ਰਧਾਨ ਮੰਤਰੀ ਸੂਬੇ ਦੇ ਵਿੱਚ ਦੌਰੇ ਤੇ ਹੈ ਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਨਹੀਂ ਕੀਤੇ ਜਾਂਦੇ ਅਤੇ ਅਜਿਹਾ ਮੁੱਖ ਮੰਤਰੀ ਜੋ ਇਸ ਤਰ੍ਹਾਂ ਦੀ ਵਿਵਸਥਾ ਨਹੀਂ ਕਰ ਸਕਦਾ, ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਦੇ ਜੋ ਇੰਤਜ਼ਾਮ ਨੇ ਉਹਨਾਂ ਨੂੰ ਮੁਕੰਮਲ ਨਹੀਂ ਕੀਤੇ ਜਾ ਸਕਦੇ, ਤਾਂ ਸੀਐਮ ਨੂੰ ਵੀ ਆਪਣੇ ਅਹੁਦੇ ਤੇ ਰਹਿਣ ਦਾ ਅਧਿਕਾਰ ਨਹੀਂ ਹੈ। ਸੋ ਸਿਆਸੀ ਤੌਰ ਤੇ ਜਿੱਥੇ ਇੱਕ ਪਾਸੇ ਅੱਜ ਰੈਲੀ ਦੇ ਵਿੱਚ ਉਹਨਾਂ ਨੇ ਸੂਬਾ ਸਰਕਾਰ ਦਾ ਘਿਰਾਓ ਕੀਤਾ, ਦੂਜੇ ਪਾਸੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਜੋ ਅੱਜ ਪੂਰਾ ਪ੍ਰਕਰਨ ਸਾਹਮਣੇ ਆਇਆ, ਸੁਰੱਖਿਆ ਨੂੰ ਲੈ ਕੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਵਾਪਸ ਮੁੜਨਾ ਪਿਆ, ਉਸ ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਤੇ ਤਿੱਖੇ ਨਿਸ਼ਾਨੇ ਵਿੰਨੇ ਨੇ। ਸੋ ਟਵੀਟ ਕਰਕੇ ਉਹਨਾਂ ਨੇ ਆਪਣਾ ਵਿਰੋਧ ਦਰਜ ਕਰਵਾਇਆ। ਬੀਜੇਪੀ ਆਗੂ ਤਰੁਣ ਚੁੱਗ ਨੇ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਕਾਂਗਰਸ ਇਸ ਪੂਰੇ ਮੁੱਦੇ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਉਹਨਾਂ ਨੇ ਸੂਬਾ ਸਰਕਾਰ ਅਤੇ ਕਾਂਗਰਸ ਦੇ ਉੱਪਰ ਸੱਤਾ ਦੇ ਲਈ ਸਿਆਸਤ ਕਰਨ ਦੇ ਇਲਜ਼ਾਮ ਲਗਾਏ ਨੇ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਸੁਰੱਖਿਆ ਦੇ ਅੰਦਰ ਐਡੀ ਵੱਡੀ ਚੂਕ ਇਹ ਕਿਸੇ ਬਹੁਤ ਵੱਡੇ षड्यंत्र ਦਾ ਹਿੱਸਾ ਹੈ। ਇਸ षड्यंत्र 'ਚ ਕੌਣ ਸ਼ਾਮਲ ਹੈ, ਔਰ ਜਾਂਚ ਹੋਣੀ ਚਾਹੀਦੀ ਹੈ। ਕੜੇ ਲੋਕ ਇਸ षड्यंत्र 'ਚ ਸ਼ਾਮਲ ਨੇ, ਜਾਂਚ ਦਾ ਪਤਾ ਲੱਗਣਾ ਚਾਹੀਦਾ। ਦੁਰਭਾਗਯਪੂਰਨ ਹੈ ਕਿ ਤੁੱਛ ਹੋਚੀ ਰਾਜਨੀਤੀ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਦਾਅ ਤੇ ਲਗਾ ਦਿੱਤਾ। षड्यंत्र 'ਚ ਕੌਣ ਸ਼ਾਮਲ ਹੈ? ਚੰਨੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ, ਔਰ ਉਹਨੂੰ ਅਸੀਂ ਸੜਕਾਂ ਤੇ ਲਵਾਰਸ ਛੱਡਤਾ, ਘੇਰੇ 'ਚ ਲੈਂਦਾ, ਉਸ ਘੇਰੇ 'ਚ ਜਿੱਥੇ ਜਾਨ ਵੀ ਜਾ ਸਕਦੀ ਸੀ। ਔਰ 10 ਮਿੰਟ ਔਰ ਪ੍ਰਧਾਨ ਮੰਤਰੀ ਦੇ ਮੂੰਹ 'ਚੋਂ ਇਹਨਾਂ ਸ਼ਬਦਾਂ ਦਾ ਨਿਕਲਣਾ ਕਿ ਮੁੱਖ ਮੰਤਰੀ ਸਾਨੂੰ ਦੱਸ ਦੇਣਾ। ਹਾਲ ਹੀ ਵਿੱਚ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਸੂਬਾ ਸਰਕਾਰ ਅਤੇ ਕਾਂਗਰਸ ਪੰਜਾਬੀਆਂ ਨੂੰ ਆਪਸ ਦੇ ਵਿੱਚ ਲੜਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹਨਾਂ ਦੇ ਹਿੱਤ ਦੇ ਵਿੱਚ ਕੀ ਹੈ ਤੇ ਕੀ ਉਹਨਾਂ ਦੇ ਵਿਰੋਧ ਦੇ ਵਿੱਚ ਹੈ। ਇਸ ਮੌਕੇ ਉਹਨਾਂ ਨੇ ਸੂਬਾ ਵਾਸੀਆਂ ਨੂੰ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣ ਦੀ ਅਪੀਲ ਕੀਤੀ ਹੈ। ਮੇਰੇ ਵੀਰੋ, ਮੈਂ ਤੁਹਾਨੂੰ ਹੱਥ ਬੰਨ ਕੇ ਕਹਿਣਾ, ਮੈਂ ਪੰਜਾਬੀਆਂ ਨੂੰ ਹੱਥ ਬੰਨ ਕੇ ਕਹਿਣਾ, ਜਰਾ ਵਿਚਾਰ ਕਰੋ ਜੋ ਅੱਜ ਸਭ ਕੁਝ ਕੀਤਾ ਗਿਆ ਇਹਦੇ ਪਿੱਛੇ ਪਰਪਸ ਕੀ ਆ, ਕਿਉਂ ਕਾਂਗਰਸ ਸੜਕਾਂ ਤੇ ਲੋਕਾਂ ਨੂੰ ਲੈ ਕੇ ਆਈ। ਸੋ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਜਰਾ ਵਿਚਾਰੋ। ਇੱਕ ਉਹ ਪ੍ਰਧਾਨ ਮੰਤਰੀ ਹੈ ਜਿਸ ਨੇ ਹਰ ਜਗ੍ਹਾ ਸਿੱਖਾਂ ਦੇ ਹਰ ਉਸ ਸਥਾਨ ਤੇ ਜਾ ਕੇ ਸਜਦਾ ਕੀਤਾ ਹੈ। ਜੇ ਕਦੀ ਗੁਰੂ ਦੇ ਸਾਹਮਣੇ ਸੀਸ ਝੁਕਾਉਣ ਦੀ ਗੱਲ ਆਈ ਹੈ ਤੇ ਦੇਸ਼ ਦੇ ਇਸ ਪ੍ਰਧਾਨ ਮੰਤਰੀ ਝੁਕਾ ਕੇ ਇਹ ਸਾਬਤ ਕੀਤਾ ਹੈ ਕਿ ਮੇਰੇ ਸਿੱਖਾਂ ਦੇ ਪ੍ਰਤੀ ਔਰ ਪੰਜਾਬ ਦੇ ਪ੍ਰਤੀ ਕੀ ਸ਼ਰਧਾ ਤੇ ਪਿਆਰ ਹੈ। ਜਿਵੇਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ, ਸੂਬੇ ਦੇ ਵਿੱਚ ਸਿਆਸੀ ਮਾਹੌਲ ਲਗਾਤਾਰ ਗਰਮ ਹੁੰਦਾ ਜਾ ਰਿਹਾ ਹੈ। ਅੱਜ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸੂਬੇ ਦੀਆਂ ਚੋਣਾਂ ਅਤੇ ਉਮੀਦਵਾਰਾਂ ਦੀ ਲਿਸਟ ਨੂੰ ਲੈ ਕੇ ਦਿੱਲੀ ਵਿਖੇ ਵਿਚਾਰ ਚਰਚਾ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਨੈਸ਼ਨਲ ਲੈਵਲ ਦੇ ਆਗੂ ਅਤੇ ਸੂਬਾ ਪੱਧਰੀ ਆਗੂਆਂ ਦੁਆਰਾ ਹਿੱਸਾ ਲਿਆ ਗਿਆ। ਮੀਟਿੰਗ ਤੋਂ ਬਾਅਦ ਸੀਨੀਅਰ ਆਗੂ ਅਜੇ ਮਾਕਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ ਦੀਆਂ ਸਾਰੀਆਂ 117 ਸੀਟਾਂ ਦੇ ਉੱਪਰ ਗੰਭੀਰ ਵਿਚਾਰ ਚਰਚਾ ਕੀਤੀ ਗਈ ਹੈ।
117 की 117 सीट्स के ऊपर डिस्कशन किया है और बहुत बड़ी संख्या में टीचर सीट्स के ऊपर आम सहमति बन गई है, बहुत बड़ी संख्या में। और हम लोगों को उम्मीद है हम लोग जो है बहुत जल्द सीईसी और एक स्क्रीनिंग कमेटी और उसके साथ में सीईसी में हम चले जाएंगे और बहुत सारी सीट्स के ऊपर आम सहमति बन गई है और हम लोग सब लोग संतुष्ट हैं कि इतनी सारी सीट्स पे सहमति। ये हम अभी नहीं बता सकते, लेकिन हम लोगों की जो है क्राइटेरिया विनेबिलिटी है और अच्छे कैंडिडेट्स को टिकट देना है और ये हम लोगों का क्राइटेरिया है और अच्छे कैंडिडेट्स विनेबिलिटी, इसके आधार के ऊपर एक सीट के ऊपर जितने एप्लीकेंट्स हैं सबको हम लोगों ने स्क्रूटनाइज किया है और बहुत सारी सीट्स के ऊपर आम सहमति बन गई। ਮੀਟਿੰਗ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਮੀਡੀਆ ਦੇ ਰੂਬਰੂ ਹੋਏ। ਉਹਨਾਂ ਨੇ ਕਿਹਾ ਕਿ ਪੋਜ਼ਿਟਿਵ ਹਾਲਾਤਾਂ ਦੇ ਵਿੱਚ ਸਾਰੇ ਲੀਡਰਸ਼ਿਪ ਦੀ ਗੱਲਬਾਤ ਹੋਈ ਹੈ ਅਤੇ ਸਾਰੀਆਂ ਵਿਧਾਨ ਸਭਾ ਸੀਟਾਂ ਦੇ ਉੱਪਰ ਵਿਚਾਰ ਚਰਚਾ ਕੀਤੀ ਗਈ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਸਭ कुछ ऑल इज वेल है। ऐसा है जी कि बहुत ही एमिकेबल माहौल में मीटिंगें चल रही हैं। मेजॉरिटी सीट्स पे कंसेंसस है, एक बड़ी पॉजिटिव वेव है हमारी मीटिंग्स में, तो कांग्रेस विल विन, ऑल इज वेल। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ। ਸੁਨੀਲ ਜਾਖੜ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬੇ ਦੀਆਂ ਸਾਰੀਆਂ ਸੀਟਾਂ ਦੇ ਉੱਪਰ ਗੱਲਬਾਤ ਹੋਈ ਹੈ। ਉਹਨਾਂ ਨੇ ਕਿਹਾ ਹੈ ਕਿ ਕੁਝ ਸੀਟਾਂ ਨੂੰ ਲੈ ਕੇ ਵਖਰੇਵਾਂ ਹੈ ਪਰ ਜ਼ਿਆਦਾਤਰ ਸੀਟਾਂ ਨੂੰ ਲੈ ਕੇ ਆਪਸੀ ਸਹਿਮਤੀ बन गई है। स्मूथ ही है, अब दोनों लीडर साहबान ने कहा है ऑल इज वेल, आई थिंक दैट सम्स इट अप ऑल, तो सब बेहतर ही है। तो आपसे ये पूछ सकते हैं 117 सीटों में कितनी सीटों पे कांग्रेस पार्टी ने नाम तय कर लिया जिसपे कोई दो राय नहीं है, कोई गुटबाजी किसी भी सीट पे कोई नाम तय नहीं हुआ, तय करने का अख्तियार सीईसी के पास है। यहाँ से रिकमेंडेशन जो है स्क्रीनिंग कमेटी की वो सीईसी के पास जाएंगी, किसका तय होना है किसको नहीं तय होना वो फैसला सीईसी करेगी। पंजाब कांग्रेस के जो बड़े नेता स्क्रीनिंग कमेटी के सदस्य हैं जिसमें आप भी शामिल हैं, क्या स्क्रीनिंग कमेटी की बैठक में किसी भी सीट को लेकर किसी भी नाम को लेकर कोई आपसी में दो राय नहीं है? देखिए, दो राय तो हर एक विषय पे दो राय होती हैं, पर सारी बातों का बैठ के कोई ना कोई समाधान भी निकलता है। तो मैं समझता हूँ कि बहुत बड़े स्तर के ऊपर आपस में सहमति है और जहाँ कहीं भी किसी किस्म के एक से ज़्यादा विचार हैं तो उनके ऊपर उस पर छानबीन हो रही है। कितनी सीटें ऐसे जिसपे कोई विवाद नहीं है? बहुत नंबर्स में ना जाके मैं इतना कहूँगा बहुत बड़ी तादाद में सहमति है। ਬੀਜੇਪੀ ਦੀ ਅੱਜ ਫਿਰੋਜ਼ਪੁਰ ਵਿਖੇ ਵੱਡੀ ਸਿਆਸੀ ਰੈਲੀ ਹੋਈ। ਹਾਲਾਂਕਿ ਇਸ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹੁੰਚਣਾ ਸੀ, ਪਰ ਨਰਿੰਦਰ ਮੋਦੀ ਸੁਰੱਖਿਆ ਕਾਰਨਾਂ ਕਰਕੇ ਇਸ ਰੈਲੀ ਦੇ ਵਿੱਚ ਸੰਬੋਧਨ ਨਹੀਂ ਕਰ ਸਕੇ। ਪਰ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪੰਜਾਬ ਹੰਸਰਾਜ ਹੰਸ ਅਤੇ ਸੂਬੇ ਦੇ ਹੋਰ ਬੀਜੇਪੀ ਦੇ ਵੱਡੇ ਸਿਆਸੀ ਆਗੂਆਂ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਸੂਬੇ ਦੇ ਵਿੱਚ ਸੁਰੱਖਿਆ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਇਸ ਰੈਲੀ ਨੂੰ ਸੰਬੋਧਨ ਕੀਤਾ ਅਤੇ ਸੂਬਾ ਸਰਕਾਰ ਦੇ ਉੱਪਰ ਤਿੱਖੇ ਸਿਆਸੀ ਨਿਸ਼ਾਨੇ ਵਿੰਨੇ ਨੇ। ਦੋਨੋਂ ਸਾਡੇ ਜਮਾਤਾਂ ਦੇ, ਭਾਰਤੀ ਜਨਤਾ ਪਾਰਟੀ ਦੇ और साड़ी पंजाब लोक कांग्रेस से अज जेडे अज इस समागम दे विच विराजमान हो, अज साडे उपस्थित हो। तुहानूं अज मौसम तो जो थोड़े सामने ही है, लेकिन ये जरूर ये विघन पाया थोड़े प्रोग्राम दे विच, लेकिन 2 महीनों तो पंजाब बारिश की आस करता सी और साडे प्रधानमंत्री जी आए से वो लैके आए अपनी बारिश नूं और साडे पंजाबी अज किसानी ये नाल खुश होएगी। अज मैं मेरी कोशिश ये है आपनूं दस्सण दी 2-3 गल्लां तुसीं रोज़ पढ़ सुनते हो। ये जिहड़ी मौजूदा हुकूमत है, जिस तरीके का इन्हां दा प्रधान सिद्धू, जिस तरीके का इन्होंने मुख्यमंत्री, जिस अंदर इन्हों दे होम मिनिस्टर कहते अपने आप को, ये लोग जिस तरीके नाल हालात बना रहे हैं साडे इत्थे सूबे दे विच, हर नुक्कर दे अंदर, हर शहर दे अंदर, हर पिंड दे अंदर रैली हुई है और कांग्रेस की सरकार किस प्रकार डरी हुई सी बीजेपी की रैली तो
किस प्रकार चन्नी दी सरकार जड़ी की पंजाब के अंदर कानून दे वातावरण दा ढंडोरा पिटदी है, वो किस प्रकार फेल हुई है, ओदा नजारा अमन पसंद पंजाबियों ने जरूर देखा है। और ये सरकार, मैं तुहाडे विच कहना चाहना, जड़ी सरकार न्याय नहीं कर सकती, जड़ी सरकार कानून व्यवस्था नहीं बना सकती, उस सरकार नूं एक मिनट भी पंजाब दे अंदर राज करन दा मौका नहीं दिता जा सकता। ये सरकार जाना तय है। ये हथकंडे अपना के, ये पहला भी पंजाब ने बहुत संताप देखा है। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਫਰੀਦਕੋਟ ਵਿਖੇ ਸਿਆਸੀ ਰੈਲੀ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਮੌਜੂਦਾ ਕਾਂਗਰਸ ਸਰਕਾਰ ਦੇ ਉੱਪਰ ਤਿੱਖੇ ਸਿਆਸੀ ਨਿਸ਼ਾਨੇ ਲਾਏ। ਨਸ਼ਿਆਂ ਤੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦਾ ਘਿਰਾਓ ਕੀਤਾ ਅਤੇ ਕਾਂਗਰਸ ਸਰਕਾਰ ਦੇ ਉੱਪਰ ਵੀ ਤਿੱਖੇ ਨਿਸ਼ਾਨੇ ਵਿੰਨਦਿਆਂ ਉਹਨਾਂ ਕਿਹਾ ਕਿ ਕਾਂਗਰਸ ਨੇ ਸੂਬਾ ਵਾਸੀਆਂ ਦੇ ਨਾਲ ਵੱਡੇ ਵਾਅਦੇ ਕੀਤੇ ਸਨ, ਪਰ ਉਹਨਾਂ ਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਖੇਤੀ ਨੂੰ ਲਾਹੇਵੰਦ ਧੰਦਾ ਬਣਾਵਾਂਗੇ, ਪਾਲਿਸੀਆਂ ਬਣੀਆਂ ਪਈਆਂ ਨੇ, ਪ੍ਰੋਡਕਸ਼ਨ ਕਾਸਟ ਘਟਾਵਾਂਗੇ, ਫਸਲਾਂ ਦੀ ਵਿਭਿੰਨਤਾ ਲਿਆਵਾਂਗੇ, 23 ਦੀਆਂ 23 ਫਸਲਾਂ ਤੇ ਐਮਐਸਪੀ ਤੇ ਖਰੀਦੀਆਂ ਜਾਣਗੀਆਂ। ਜੇ ਮੈਨੂੰ ਇਹ ਪਤਾ ਹੈ कि जे मैं मक्की बीजूंगा 10 किले तो मैनू उन्ने ही पैसे बनने, पैसे खर्चा मेरा घट होऊ पर आमदन मैनू उन्नी होगी जिन्नी 10 किले झोना बेच के होंगी। तो कौन नहीं बीजूगा जी? क्यों असीं पानी कढ़ांगे धरती चों? 1 किलो चौल पैदा करने वास्ते 3800 लीटर पानी लगता है। धरती तो पानी खा के आपां मारूथल बनता जा रहा है ते नाले चौल अपनी खुराक का हिस्सा नहीं। ਆਪਾਂ 10ਵੀਂ ਵਾਲੇ ਦਿਨ ਖੀਰ ਪਾਉਣੇ, ਹੋਰ ਤਾਂ ਕਿੱਥੇ ਆਉਂਦੇ ਆ। ਆਪਣੀ ਖੁਰਾਕ ਹੀ ਨਹੀਂ ਹੈਗੀ। 95% ਚੌਲ ਪੂਰੇ ਪੰਜਾਬ ਚੋਂ ਜਾਂਦਾ ਹੈ, ਪੂਰੇ ਦੇਸ਼ ਜਾਂਦਾ ਹੈ। ਸੋ ਵੀਰੋ, ਵਪਾਰੀਆਂ ਨੂੰ ਵਾਪਸ ਲਿਆਉਣਾ ਹੈ ਜਿਹੜੇ ਚਲੇ ਗਏ, ਕਿਉਂਕਿ ਹਿੱਸਾ ਮੰਗਦੇ ਨੇ ਇਹ। ਜੇ ਕੋਈ ਵਧੀਆ ਕਿਸੇ ਦੀ ਫੈਕਟਰੀ ਚੱਲ ਪਈ ਉੱਤੇ ਛਾਪਾ ਮਰਵਾਉਂਦੇ ਨੇ ਕਿ ਨਹੀਂ ਤਾਂ ਹਿੱਸਾ ਪਾ ਸਾਡਾ, ਨਹੀਂ ਤਾਂ ਛਾਪੇ ਪੈਣਗੇ। ਨੌਜਵਾਨਾਂ ਨੂੰ ਨੌਕਰੀਆਂ ਇੱਥੇ ਹੀ ਦੇਣੀਆਂ ਨੇ ਤਾਂ ਕਿ ਉਹ ਬਾਹਰਲੇ ਮੁਲਕਾਂ ਵੱਲ ਨਾ ਭੱਜਣ। ਮਾਵਾਂ ਭੈਣਾਂ ਨੂੰ ਇੱਜ਼ਤ ਦੇਣੀ ਹੈ। ਇਹੋ ਜੀ ਸਰਕਾਰ ਆਉਣ ਵਾਲੀ ਹੈ। ਜੇ ਝਾੜੂ ਤੇ ਵੋਟਾਂ ਪਾਈਆਂ, ਤੁਹਾਡੇ ਨਾਲ ਫਰੀਦਕੋਟ ਵਾਲੇ ਵਾਅਦਾ ਕਰਦਾ ਮੈਂ ਕਿ ਇਹੋ ਜੀ ਸਰਕਾਰ ਆਊਗੀ ਜਿਹਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ, ਕੋਈ ਲਾਠੀ ਚਾਰਜ ਨਹੀਂ ਹੋਊਗਾ, ਕਿਸੇ ਦੇ ਪਾਣੀ ਨਹੀਂ ਸਿੱਟਿਆ ਜਾਊਗਾ, ਕਿਸੇ ਨੂੰ ਟੈਂਕੀ ਤੇ ਚੜ੍ਹਨ ਦੀ ਲੋੜ ਨਹੀਂ ਪੈਣੀ, ਕਿਸੇ ਨੂੰ ਟਾਵਰ ਤੇ ਚੜ੍ਹਨ ਦੀ ਲੋੜ ਨਹੀਂ ਪੈਣੀ। ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਬਿਆਨ ਜਾਰੀ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੋ ਕਮੇਟੀ ਬਣਾਈ ਗਈ ਸੀ ਉਹ ਜਲਦ ਹੀ ਆਪਣੀ ਰਿਪੋਰਟ ਪੇਸ਼ ਕਰੇਗੀ। ਪਿਛਲੇ ਦਿਨੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਉਹ ਇੱਕ ਲੜੀ ਚੱਲ ਰਹੀ ਹੈ। ਉਸ ਲੜੀ ਤੋਂ ਬਾਅਦ ਦਰਬਾਰ ਸਾਹਿਬ ਤੱਕ ਪਹੁੰਚੀ ਹੈ। ਦਰਬਾਰ ਸਾਹਿਬ ਦੇ ਅੰਦਰ 18 ਤਰੀਕ ਨੂੰ ਜੋ ਘਟਨਾ ਵਾਪਰੀ ਹੈ ਤੁਹਾਡੇ ਸਾਹਮਣੇ ਸਾਰਿਆਂ ਦੇ, ਕਿ ਇੱਕ ਬਹੁਤ ਹੀ ਮਾੜਾ ਵਿਅਕਤੀ ਜਿਹਨੇ ਦਰਬਾਰ ਸਾਹਿਬ ਦੇ ਅੰਦਰ ਜੰਗਲੇ ਤੋਂ ਅੰਦਰ ਕੁੱਦ ਕੇ ਤੇ ਬੇਅਦਬੀ ਦੀ ਕੋਸ਼ਿਸ਼ ਕੀਤੀ, ਪਰ ਉਹ ਸ਼੍ਰੋਮਣੀ ਕਮੇਟੀ ਦੇ ਜਿੰਨੇ ਸਾਰੇ ਮੌਕੇ 'ਤੇ ਸੰਬੰਧਿਤ ਸਟਾਫ ਸੀਗਾ, ਉਹਨਾਂ ਸਾਰਿਆਂ ਨੇ ਉਸ ਨੂੰ ਬੜੇ ਕਹਿੰਦੇ ਹੁੰਦੇ ਆ ਵਧੀਆ ਢੰਗ ਦੇ ਨਾਲ ਉਹਨੂੰ ਰੋਕਿਆ। ਤੇ ਉਸ ਤੋਂ ਬਾਅਦ ਸੰਗਤਾਂ ਦੇ ਕਹਿੰਦੇ ਹੁੰਦੇ ਆ ਰੋਸ ਦੇ ਸਦਕਾ ਉਹ ਬੰਦਾ ਜਿਹੜਾ ਵਾ ਉਹਨੂੰ ਸਜ਼ਾ ਦਿੱਤੀ ਗਈ। ਤੇ ਉਸ ਤੋਂ ਬਾਅਦ ਸਰਕਾਰ ਨੇ ਕੁਝ ਵਾਅਦੇ ਕੀਤੇ, ਕਿਉਂਕਿ ਜਿਹੜੇ ਕੰਮ ਸਰਕਾਰ ਦੇ ਹੁੰਦੇ ਆ ਉਹਦੇ ਕਰਨੇ ਹੁੰਦੇ ਆ। ਉਸ ਤੋਂ ਬਾਅਦ ਦੀ ਜੋ ਹਾਲਾਤ ਨੇ, ਉਹਨਾਂ ਹਾਲਾਤਾਂ ਲਈ ਪ੍ਰਧਾਨ ਜੀ ਨੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਜੀ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਦੀ ਫਿਕਰਮੰਦੀ ਦੇਖਦੇ ਆ ਇੱਕ ਕਮੇਟੀ ਦਾ ਗਠਨ ਕੀਤਾ। ਇਹ ਜਾਣਕਾਰੀ ਦੇ ਦਿਆਂ ਕਿ ਇਹ ਕਮੇਟੀ ਕੋਈ ਜਾਂਚ ਕਮੇਟੀ ਨਹੀਂ ਹੈਗੀ, ਇਹ ਪੜਤਾਲ ਕਮੇਟੀ ਹੈ। ਸੋ ਇਹ ਮੀਡੀਆ ਨੂੰ ਅਸੀਂ ਬੇਨਤੀ ਕਰਦੇ ਕਿ ਇਹ ਪੜਤਾਲ ਕਮੇਟੀ ਆ। ਉਹਦੇ ਵਿੱਚ ਸਿੱਖ ਕੌਮ ਦੀਆਂ ਵੱਖ-ਵੱਖ ਜਿਹੜੀਆਂ ਨਾਮਵਰ ਸੰਸਥਾਵਾਂ, ਦਮਦਮੀ ਟਕਸਾਲ ਹੈ, ਨਿੱਘ ਸਿੰਘ ਜਥੇਬੰਦੀਆਂ, ਹੋਰ ਵੀ ਬੁੱਧੀਜੀਵੀ, ਉਹਨਾਂ ਸਾਰਿਆਂ ਨੂੰ ਸ਼ਾਮਲ ਕੀਤਾ ਗਿਆ। ਸੋ ਬੜੀ ਗਿਆਨੀ ਗੁਰਮਿੰਦਰ ਸਿੰਘ ਜੀ ਬੜੇ ਸਤਿਕਾਰਯੋਗ ਸਿੰਘ ਸਾਹਿਬ ਆ, ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ। ਮਰਜ਼ਾਦਾ ਦੀ ਗੱਲ ਆ। ਉਹਦੇ ਵਿੱਚ 2-3 ਦਿਨ ਦੇ ਅੰਦਰ ਇੱਕ ਰਿਪੋਰਟ ਤਿਆਰ ਹੋਏਗੀ ਕਿ ਇਹ ਰਿਪੋਰਟ ਜੋ ਕੁਛ ਇੱਥੇ ਵਾਪਰਿਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਜਿਹੜਾ ਬਣਦਾ ਫਰਜ਼ ਕੀ ਅਦਾ ਕੀਤਾ, ਉਹ ਸਰਕਾਰ ਨੇ ਕੀ ਅਦਾ ਕੀਤਾ, ਇਹ ਜਿਹੜੀ ਆ 2-3 ਦਿਨ ਤੱਕ ਇਹਦੀ ਜਿਹੜੀ ਆ ਸਾਰੀ ਪੜਤਾਲ ਸਾਹਮਣੇ ਆ ਜਾਏਗੀ। ਕਿਉਂਕਿ ਇਹ ਕਮੇਟੀ ਜਿਹੜੀ ਆ ਇਹਨਾਂ ਨੇ ਰਿਪੋਰਟ ਪ੍ਰਧਾਨ ਜੀ ਨੂੰ ਸੌਂਪਣੀ ਹੈ। ਸੋ ਜਿਸ ਦਿਨ ਪ੍ਰਧਾਨ ਜੀ ਰਿਪੋਰਟ ਸੌਂਪੀ ਜਾਏਗੀ ਤੇ ਇਹਦੀਆਂ ਬਰੀਕੀਆਂ ਜਾਂ ਜੋ ਕੁਝ ਹੈਗੀ ਆ ਉਹ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ। ਅੱਜ ਦੀ ਤਰੀਕ ਦੇ ਵਿੱਚ ਕਿਉਂਕਿ ਇਹ ਲੰਬਾ ਪ੍ਰੋਸੈਸ ਆ, 2-3 ਦਿਨ ਵੱਧ ਵੀ ਲੱਗ ਸਕਦੇ ਆ। ਸੋ ਜਿਸ ਦਿਨ ਪ੍ਰਧਾਨ ਜੀ ਨੂੰ ਰਿਪੋਰਟ ਸੌਂਪੀ ਜਾਏਗੀ ਤੁਹਾਨੂੰ ਇਹਦੇ ਬਾਰੇ ਜਿਹੜੀ ਹੈ ਜਾਣਕਾਰੀ ਉਹ ਨਸ਼ਰ ਕਰ ਦਿੱਤੀ। ਸੂਬੇ ਦੀਆਂ ਪ੍ਰਮੁੱਖ ਸਿਆਸੀ ਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।